अस्सलाम वालेकुम रहमतुल्लाहि वबरकातुहू। नाज़रीन, जैसा कि मेरी पिछली जी वीडियो सी ਉਹਦੇ ਵਿੱਚ ਮੈਂ ਇਹੀ ਪੈगाम ਦਿੱਤਾ ਸੀ ਕਿ ਤੁਸੀਂ ਦੇਖਣਾ ਕਿ ਆਇੰਦਾ ਆਉਣ ਵਾਲੇ ਦਿਨਾਂ ਜਿਹੜਾ PIA ਦਾ ਜਿਹੜਾ ਮਸਲਾ ਸੀ ਜਿਹੜਾ ਬਣਿਆ ਕਿ ਉਹ ਤਿਆਰਾ ਤਬਾਹ ਹੈ, ਉਹਦੇ ਬਾਅਦ ਉਹਦੀ ਤਹਿਕੀਕਾਤ ਕੀਤੀ ਜਾ ਰਹੀ ਸੀ ਤੇ ਬਾਅਦ ਚ ਪਤਾ ਚੱਲਿਆ ਕਿ ਉਹ PIA ਦੇ ਤਕਰੀਬਨ 262 ਪਾਇਲਟ ਐਸੇ ਨੇ ਜਿਨ੍ਹਾਂ ਦੇ ਮਤਲਬ ਲਾਇਸੈਂਸ ਹੀ ਠੀਕ ਨਹੀਂ ਹੈਗੇ। ਤੇ ਇਹ ਸੂਰਤ ਹਾਲ ਹੀ ਨਹੀਂ ਸੀ, ਬਲਕਿ 34 ਐਸੇ ਵੀ ਪਾਇਲਟ ਸੀ ਕਿ ਜਿਨ੍ਹਾਂ ਕੋਲ ਕਿਸੇ ਕਿਸਮ ਦੇ ਕੋਈ ਕਾਗਜ਼ਾਤ ਨਹੀਂ ਸੀ। ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਖਬਰ ਨੂੰ ਐਸੀ ਦਬਾਣਗੇ ਕਿ ਦੁਬਾਰਾ ਇਹਦਾ ਜ਼ਿਕਰ ਵੀ ਨਹੀਂ ਹੋਏਗਾ। ਔਰ ਦੇਖੋ ਕਿ ਇਸ ਚੀਜ਼ ਦੇ ਨਾਲ ਨਾ ਸਿਰਫ PIA ਪੂਰੀ ਦੁਨੀਆ 'ਚ ਬੰਦ ਹੋਏਗੀ, ਬਲਕਿ ਉਹਦੇ ਜਹਾਜ਼ ਖੜੇ ਹੋ ਜਾਣਗੇ। ਉਹ ਕਈ ਜਿਹੜੇ ਲੋਕ ਨੌਕਰੀਆਂ ਤੋਂ ਜਾਣਗੇ, ਜਿਹੜੇ ਸਹੀ ਪਾਇਲਟ ਨੇ ਉਹ ਵੀ ਨੌਕਰੀਆਂ ਤੋਂ ਜਾਣਗੇ। ਉਹਦੇ ਬਾਅਦ ਮੁਲਕ ਖਸਾਰੇ ਜਾਏਗਾ, ਇਹਦੇ 'ਚ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੋਏਗਾ। ਤੇ ਨਾਲੇ ਇੱਕ ਹੋਰ ਚੀਜ਼ ਦੇਖੋ, ਇੰਨੀ ਬਦਦਿਆਨਤੀ ਸੀ ਇਸ PIA ਦੇ ਅਦਾਰੇ ਦੇ ਵਿੱਚ ਵੀ। ਮੇਰੇ ਨਾਲ 32 ਕੇ 34 ਟੋਟਲ ਜਹਾਜ਼ ਨੇ ਤੇ ਤਕਰੀਬਨ 850 900 ਬੰਦਾ ਉਹਨਾਂ ਭਰਤੀ ਕੀਤਾ ਪਾਇਲਟ। ਦੇਖੋ ਕਿੰਨੀ ਬਦਦਿਆਨਤੀ। ਅਗਰ ਇੱਕ ਦੇਖੋ ਜੇ 32 ਜਹਾਜ਼ ਨੇ ਤੇ ਚਲੋ ਹੋਰ ਕੋਈ ਨਹੀਂ ਜ਼ਿਆਦਾ 100 ਪਾਇਲਟ ਰੱਖ ਲਓ, ਕੋਈ ਛੁੱਟੀ ਤੇ ਚਲ ਜਾਂਦਾ ਹੈ, ਇੱਕ ਸ਼ਿਫਟ ਚਲਾਉਂਦਾ, ਦੂਸਰਾ ਦੂਸਰੀ ਚਲਾਉਂਦਾ, ਜਾਂ ਦੋ ਮਤਲਬ ਇੱਕ ਤਿਆਰੇ ਦੇ ਵਿੱਚ ਦੋ ਹੋ ਜਾਣ ਬਿਲਫਰਜ਼ੇ ਮਾਲ। ਤੇ ਉਹ 64 ਤੇ 64 ਦੂਣਾ 120, ਚਲੋ 150 ਪਾਇਲਟ ਭਰਤੀ ਕਰ ਲੈਣ। ਤੇ ਇਹਨਾਂ ਨੇ ਦੇਖੋ ਕਿ ਇਹਨਾਂ ਨੇ ਮੁਲਕ ਨੂੰ ਜੈਸਾ ਪਹਿਲੀਆਂ ਹੁਕੂਮਤਾਂ ਨੇ ਬੁਰੀ ਤਰ੍ਹਾਂ ਲੁੱਟਿਆ। ਤੇ ਫਿਰ ਇਹ ਵੀ ਪਤਾ ਚੱਲਦਾ ਕਿ ਯੂਸਫ ਰਜ਼ਾਕ ਗਿਲਾਨੀ ਸਾਹਿਬ ਨੇ ਜਿਹੜੇ ਨੇ ਜਦੋਂ ਵਜ਼ੀਰ ਆਜ਼ਮ ਬਣੇ ਸੀ, ਉਹਨਾਂ ਅੰਨ੍ਹੇਵਾਹ ਨੌਕਰੀਆਂ ਦਿੱਤੀਆਂ ਸੀ, ਤੇ ਉਹ ਅੱਜ ਵੀ ਬੜੀ ਡਿਠਾਈ ਦੇ ਨਾਲ ਤੇ ਬਹਾਦਰੀ ਦੇ ਨਾਲ ਤੇ ਐਲਾਨ ਕਹਿੰਦੇ ਨੇ ਮੈਂ ਆਪ ਦੁਬਾਰਾ ਆਊਂਗਾ ਫਿਰ ਨੌਕਰੀਆਂ ਦੂੰਗਾ। ਦੇਖੋ ਨੌਕਰੀਆਂ ਜਿੱਥੇ ਬੰਦੇ ਦੀ 100 ਦੀ ਲੋੜ ਏ ਉੱਥੇ 100 ਰੱਖ ਲੈਣ ਤੇ ਸਹੀ ਏ, ਉੱਥੇ 500 ਜਾਂ 700 ਬੰਦੇ ਨੌਕਰੀਆਂ ਦੇ ਦੇਣ, ਗੌਰਮੈਂਟ ਨੂੰ ਨੁਕਸਾਨ ਹੀ ਨਾ ਇਸ ਚੀਜ਼ ਦਾ। ਤੇ ਇਸ ਚੀਜ਼ ਨੂੰ ਨਹੀਂ ਮੱਦੇਨਜ਼ਰ ਰੱਖਦੇ। ਤੇ ਨਾਲੇ ਇਹ ਜਿਹੜੀਆਂ ਪਹਿਲੇ ਭਰਤੀਆਂ ਹੋਈਆਂ ਨੇ, ਜਿਹੜੇ ਪਾਇਲਟਸ ਭਰਤੀ ਹੋਏ ਨੇ, ਉਹ ਸਾਰੇ ਪਹਿਲੀਆਂ ਹੁਕੂਮਤਾਂ ਦੌਰਾਨ ਜਿਹੜਾ ਇਹ ਸਾਰਾ ਖੇਲ ਖੇਲਿਆ ਜਾਂਦਾ ਰਿਹਾ ਕਿ ਜਾਲੀ ਲਾਇਸੈਂਸ ਤੇ ਸਭ ਕੁਝ। ਤੇ ਅੱਜ ਮੈਂ ਬਿਲਾਵਲ ਸਾਹਿਬ ਦੀ ਤਕਰੀਰ ਸੁਣ ਰਿਹਾ ਸੀ। ਬਿਲਾਵਲ ਸਾਹਿਬ ਅੱਜ ਬੜੇ ਜੋਸ਼ ਦੇ ਵਿੱਚ ਆ ਕੇ ਤੇ ਕਹਿਣ ਲਏ ਸੀ ਕਿ ਮੈਂ ਜਿਹੜਾ ਹੈ ਨਾ ਇਹ ਸਾਰਾ ਇਲਜ਼ਾਮ ਹੈ। ਇਲਜ਼ਾਮ ਨਹੀਂ, ਉਹਨਾਂ ਮਾਵਾਂ ਕੋਲ ਪੁੱਛ ਜਿਨ੍ਹਾਂ ਦੇ ਪੁੱਤਰ ਜਿਹੜੇ ਉਸ ਜਹਾਜ਼ ਦੇ ਵਿੱਚ ਸੀ, ਜਾਂ ਜਿਹੜੀਆਂ ਫੈਮਲੀਆਂ ਸੀ, ਜਿਹੜੇ ਖਾਨਦਾਨ ਤਬਾਹ ਹੋ ਗਏ ਨੇ, ਜਿਹੜੇ ਉੱਥੇ ਲੋਕੀ ਮਰ ਗਏ ਨੇ, ਜਲ ਕੇ ਰਾਖ ਹੋ ਗਏ ਨੇ ਉਹ ਜਹਾਜ਼ ਦੇ ਹਾਦਸੇ ਦੇ ਵਿੱਚ। ਉਹਨਾਂ ਨੂੰ ਪੁੱਛੋ ਉਹਨਾਂ ਦੀ ਫੈਮਲੀਆਂ ਦੀ ਕੀ ਗੁਜ਼ਰੀ। ਤੁਸੀਂ ਤੇ ਆਇਆ ਤੇ ਕੱਲ੍ਹ ਹਾਦਸਾ ਹੋਇਆ, ਅੱਜ ਭੁੱਲ ਗਏ ਹੋ। ਅੱਜ ਤੁਹਾਨੂੰ ਉਹ ਯਾਦ ਆ ਗਿਆ ਕਿ ਇਹ ਜਿਹੜਾ ਖਾਨ ਸਾਹਿਬ ਜਿਹੜੇ ਹੈਗੇ ਨੇ, ਇਹਨਾਂ ਨੇ ਉਹ ਜਿਹੜਾ ਇਹ ਕਹਿਤਾ ਉਸਾਮਾ ਬਿਨ ਲਾਡਨ ਨੂੰ ਸ਼ਹੀਦ ਕਹਿਤਾ ਹੈਗਾ, ਉਹਦੇ ਉੱਤੇ ਸਾਰੇ ਮੁਲਕ 'ਚ ਅਫਰਾ ਤਫਰੀ। ਅੱਜ 4-5 ਦਿਨ ਹਫ਼ਤਾ ਹੋ ਗਿਆ, ਉਹ ਖਬਰ ਨਹੀਂ ਠੰਡੀ ਹੋਣ ਡਈ। ਉਹ ਮੈਨੂੰ ਦੱਸੋ ਤੁਸੀਂ, ਜਿਹੜੇ ਠੀਕ ਹੈ ਅਗਰ ਉਹਨੂੰ ਸ਼ਹੀਦ ਕਹਿ ਕੇ ਉਹਨੇ ਗਲਤੀ ਕੀਤੀ ਹੈ, ਚਲੋ ਠੀਕ ਹੈ, ਇਨਸਾਨ ਹੈ, ਉਹਦੇ ਕੋਲੋਂ ਗਲਤੀ ਹੋ ਗਈ। ਜਾਂ ਹਰ ਇਨਸਾਨ ਜਿਹਦੇ ਮਰਜ਼ੀ ਇਨਸਾਨ ਦੇ ਬਾਰੇ ਜੋ ਮਰਜ਼ੀ ਰਾਏ ਰੱਖ ਸਕਦਾ ਹੈ, ਇਨਸਾਨ ਦਾ ਜ਼ਾਤੀ ਖਿਆਲ ਹੈ। ਬਾਕੀ ਅੱਲਾਹ ਤਾਲਾ ਦਾ ਮਾਮਲਾ ਹੁੰਦਾ ਕਿ ਕਿਸੇ ਨੂੰ ਸ਼ਹੀਦ ਦਿੰਦਾ ਹੈ ਜਾਂ ਜੋ ਵੀ ਕਰਾਰ ਦਿੰਦਾ ਹੈ, ਖੁਦਾ ਤੇ ਉਹ ਬੰਦੇ ਦਾ ਮਾਮਲਾ ਜਿਹੜਾ ਕੋਈ ਬੰਦਾ ਮਰ ਜਾਂਦਾ ਹੈਗਾ, ਠੀਕ ਹੈ। ਉਹ ਹਰ ਕਿਸੇ ਆਪਣੀ ਆਪਣੀ ਸੋਚ ਦੇ ਮੁਤਾਬਕ ਜੇ ਅਗਰ ਕਹਿਤਾ ਹੈ, ਤੇ ਅਗਰ ਉਹ ਦਹਿਸ਼ਤਗਰਦ ਹੈਗਾ ਸੀ ਉਸਾਮਾ ਬਿਨ ਲਾਡਨ, ਤੇ ਪਹਿਲੇ ਕਦੀ ਨਹੀਂ ਸੀ, ਕਦੀ ਅੱਜ ਤੱਕ ਜਦੋਂ ਉਹ ਜ਼ਿੰਦਾ ਸੀ ਕਦੀ ਕਿਸੇ ਜ਼ਰੂਰਤ ਨਹੀਂ ਸੀ ਉਹਨੂੰ ਐਸਾ ਕਹਿਣ ਦੀ। ਉਦੋਂ ਤੇ ਕਦੀ ਕਿਸੇ ਨੇ ਕਿਹਾ, ਬਲਕਿ ਇਹ ਸਾਨੂੰ ਪਤਾ ਚੱਲਦਾ ਰਿਹਾ ਕਿ ਉਹਦੇ ਕੋਲ ਵੀ ਮੁਖਤਲਿਫ ਜਿਹੜੀਆਂ ਪਾਰਟੀਆਂ ਨੂੰ ਲਿਫਾਫੇ ਲੈਂਦੀਆਂ ਰਹੀਆਂ ਨੇ, ਉਹਦੇ ਨਾਲ ਗੱਠ ਜੋੜ ਹੁੰਦਾ ਸੀ, ਉਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਸੀ। ਇਹ ਤੁਹਾਡੇ ਵੱਡੇ ਵੱਡੇ ਐਂਕਰ ਜਿਹੜੇ ਨੇ, ਕਈ ਜਿਹੜੇ TV ਚੈਨਲ ਦੇ, ਉਹਦੀ ਜਾਂ ਗੋਦ 'ਚ ਬੈਠਦੇ ਸੀ। ਉਦੋਂ ਨਹੀਂ ਸੀ ਉਹ ਦਹਿਸ਼ਤਗਰਦ ਹੈਗਾ। ਉਹ ਜਦੋਂ ਅੱਜ ਮਰ ਗਿਆ ਵਿਚਾਰਾ, ਅੱਲਾਹ ਤਾਲਾ ਉਹਦੇ ਨਾਲ ਜੋ ਵੀ ਸਲੂਕ ਕਰਨਾ ਖੁਦਾ ਤਾਲਾ ਉਹਦੇ ਮੁਤਾਬਕ ਕਰੇ, ਜੋ ਰੱਬ ਜਾਣੇ। ਤੇ ਉਹ ਬੰਦਾ ਖੁਦ ਜਾਣੇ, ਉਹ ਮਰ ਗਿਆ, ਰੱਬ ਕੋਲ ਚਲ ਗਿਆ। ਅੱਜ ਉਹ ਉਹਦੇ ਮਰਨ ਤੋਂ ਕਈ ਸਾਲ ਬਾਅਦ ਅਗਰ ਇੱਕ ਬੰਦੇ ਦੇ ਮੂੰਹ 'ਚੋਂ ਨਿਕਲ ਗਿਆ ਕਿ ਸ਼ਹੀਦ ਦਾ ਲਫ਼ਜ਼, ਤੇ ਉਹਨੂੰ ਐਸਾ ਇੱਕ ਮੀਡੀਆ ਜ਼ੀਨਤ ਬਣਾਇਆ ਵੇ। ਉਹਦੇ ਨਾਲ ਵੱਡਾ ਉਹ ਕੰਮ ਹੈ ਜਿਹੜਾ ਉਹ ਹਾਦਸਾ ਹੋਇਆ, ਉਹਦੀ ਤਹਿਕੀਕਾਤ ਹੋਈ ਹੈ, ਉਹਦੇ ਪਾਇਲਟ ਜਿਹੜੇ ਫੜੇ ਗਏ ਨੇ, ਜਾਂ ਜਿਨ੍ਹਾਂ ਦਾ ਪਤਾ ਚੱਲਿਆ ਕਿ ਇਹਨਾਂ ਦੇ ਜਿਹੜੇ ਮਸ਼ਕੂਕ ਹੈਗੇ ਲਾਇਸੈਂਸ, ਉਹ ਲਾਇਸੈਂਸ ਜਿਹੜੇ ਕੈਂਸਲ ਕਰੋ। ਤੇ ਇਹ ਜਿਹੜਾ ਪਿੱਛੇ ਕਰਕੇ ਤੇਲ ਦਾ ਜਿਹੜਾ 5 ਰੁਪਏ ਲੀਟਰ ਵਾਲਾ ਵਧਿਆ ਉਹ ਚੱਕਰ, ਉਹ ਅੱਜ ਤੱਕ ਉਹ ਵੀ ਨਹੀਂ ਠੰਡਾ ਹੋਣ ਡਿਆ। ਅੱਜ ਤੱਕ ਉਹ ਖਬਰਾਂ ਤੇ ਚੱਲਦੀਆਂ ਪਈਆਂ ਨੇ, ਉਹ ਤਿਆਰੇ ਦੀ ਖਬਰ ਨਹੀਂ ਚੱਲ ਰਹੀ, ਪਾਇਲਟ ਦੀਆਂ ਖਬਰਾਂ ਬੰਦ ਹੋ ਗਈਆਂ। ਜੈਸਾ ਤੁਹਾਨੂੰ ਮੈਂ ਕਿਹਾ ਸੀ, ਇਹਦੀ ਮੀਡੀਆ ਦੀ ਜਿਹੜੀ ਉਹ ਮਾਂ ਮਰ ਜਾਣੀ ਜਾਂ ਕਿਸੇ ਹੋਰ ਦੀ ਵੀ, ਕਿ ਉਹ ਖਬਰ ਨਹੀਂ ਦੇਣਗੇ, ਉਹ ਨਹੀਂ ਦਿੱਤੀ। ਉਹਨਾਂ ਦੇਖਿਆ ਦੁਬਾਰਾ ਉਹਨਾਂ ਕੋਈ ਖਬਰ ਨਹੀਂ ਦਿੱਤੀ। ਸਿਰਫ ਇੱਕ ਵਾਹਿਦ ਚੈਨਲ ਜਿਹਨੇ ਖਬਰ ਦਿੱਤੀ, ਉਹਦੀ ਇੱਕ ਖਬਰ ਚੈਨਲ ਜਿਹਨੇ ਦਿੱਤੀ, ਜੀਓ ਵਾਲੇ ਨੇ, ਉਹਨਾਂ ਨੇ ਦਿੱਤੀ ਸਿਰਫ ਇਹ ਖਬਰ ਨਾ। ਉਹ ਤੇ ਉਹ ਖਬਰ ਵੀ ਐਸਾ ਦਿੱਤੀ ਹੈ ਕਿ ਇਹ ਜਾਲੀ ਪ੍ਰੋਗਰਾਮ ਹੈ, ਐਸਾ ਕੋਈ ਵੀ ਨਹੀਂ, ਲਾਇਸੈਂਸ ਸਾਰੇ ਸਹੀ ਨੇ, ਪਾਇਲਟ ਵੀ ਸਹੀ ਨੇ, ਸਭ ਕੁਝ ਸਹੀ ਨੇ। ਇਸ ਸੂਰਤ ਹਾਲ 'ਚ ਅਗਰ ਮੈਂ ਸੁਣੀਏ ਤੇ ਜੀਓ ਤੋਂ ਸੁਣੀਏ, ਹੋਰ ਕਿਸੇ ਚੈਨਲ ਨੂੰ ਨਹੀਂ।
ਉਹ ਵੀ ਉਸ ਖਬਰ ਦੀ ਕਿਸਮ ਦੀ ਨਫੀ ਕਰ ਰਿਹਾ ਹੈ। ਉਹ ਕਹਿ ਰਿਹਾ ਕਿ ਉਹ ਪਾਇਲਟ ਸਹੀ ਨੇ, ਤੇ ਉਹ ਪਾਇਲਟਸ ਜਿਹੜੇ ਨੇ ਪਹਿਲੇ ਜਿਹੜੀ ਸਿਆਸੀ ਪਾਰਟੀਆਂ ਜਿਹੜੀਆਂ ਪਹਿਲੇ ਬਰਸਰ ਇਕਤਦਾਰ ਸੀ ਉਹਨਾਂ ਦੌਰ 'ਚ ਉਹ ਭਰਤੀ ਹੋਏ ਸੀ, ਬਲਕਿ ਇੱਕ ਖੇਲ ਸਮਝਿਆ ਸੀ। ਦੇਖੋ ਇਨਸਾਨੀ ਜਾਨਾਂ ਨਾਲ ਖੇਲਣਾ ਕੋਈ ਆਸਾਨ ਚੀਜ਼ ਨਹੀਂ ਗੀ। ਸਭ ਤੋਂ ਵੱਡਾ ਜੁਰਮ ਤੇ ਇਹ ਵੇ, ਅਗਰ ਤੇਲ 25 ਰੁਪਏ ਲੀਟਰ ਮਹਿੰਗਾ ਹੋਇਆ ਵੇ, ਉਹਦੀ ਅੱਜ ਹਫ਼ਤਾ ਬਾਅਦ ਹੀ ਉਹਦੀ ਖਬਰ ਹੋਏਗੀ, ਮਹੀਨਾ ਬਾਅਦ ਹੀ ਹੋਏਗੀ। ਉਹਦੇ ਟਾਕ ਸ਼ੋ ਹੋ ਰਹੇ ਨੇ ਕਿ ਟਾਕ ਸ਼ੋ ਇਹਦੇ ਉੱਤੇ ਵੀ ਹੋਏ ਨੇ ਜਿਹੜੇ ਜਾਲੀ ਪਾਇਲਟ ਸੀ, ਜਿਨ੍ਹਾਂ ਪੂਰੀ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਇਮੇਜ ਤਬਾਹ ਕੀਤਾ ਗਿਆ। ਇਹਦੇ ਬਾਰੇ ਤਾਂ ਕੋਈ ਟਾਕ ਸ਼ੋ ਨਹੀਂ ਹੋਏ, ਮੈਂ ਨਹੀਂ ਵੇਖਿਆ ਕੋਈ ਟਾਕ ਸ਼ੋ ਇਹਦੇ ਬਾਰੇ ਹੋਏ ਹੋਣ। ਕਿ ਦੇਖੋ ਇਹਦੇ ਨਾਲ ਇਹ ਹੀ ਨਹੀਂ, ਬਲਕਿ ਪਾਕਿਸਤਾਨ PIA ਅਗਰ ਜੇ ਪੂਰੀ ਦੁਨੀਆ ਦੇ ਵਿੱਚ ਅਗਰ ਇੰਟਰਨੈਸ਼ਨਲ ਤੌਰ ਤੇ ਇਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਇਸ ਰਿਸਕ ਦੇ ਉੱਤੇ ਕਿ ਇਹਨਾਂ ਦੇ ਪਾਇਲਟ ਸਹੀ ਨਹੀਂ, ਇਹ ਜਹਾਜ਼ ਸਾਡੀਆਂ ਆਬਾਦੀਆਂ ਦੇ ਕਰਾ ਸਕਦੇ ਨੇ, ਇਹ ਕੁਛ ਵੀ ਮਸਲਾ ਹੋ ਸਕਦਾ ਹੈ, ਤੇ ਜਿਹੜੀ PIA ਪੂਰੀ ਦੁਨੀਆ ਜਿਹੜੀ ਬੰਦ ਹੋ ਜਾਏਗੀ, ਉਹਦੇ ਨਾਲ ਸਾਡੇ ਮੁਲਕ ਨੂੰ, ਪਾਕਿਸਤਾਨ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹਦੇ ਬਾਰੇ ਤਾਂ ਕੋਈ ਨਹੀਂ ਬੋਲਦਾ ਹੈਗਾ। ਤੇ ਅਸੈਂਬਲੀ 'ਚ ਦੇਖੋ, ਕੌਮੀ ਅਸੈਂਬਲੀ ਹੈ ਉਹ, ਕੋਈ ਮਤਲਬ ਕੌਮੀ ਅਸੈਂਬਲੀ ਹੈ, ਉਹਦੇ ਤੇ ਕੌਮੀ ਸਤਹ ਜਿਹੜੇ ਕੋਈ ਇਸ਼ੂ ਨੇ ਉਹਨਾਂ ਨੂੰ ਉਛਾਲਣਾ ਚਾਹੀਦਾ। ਨਾਲੇ ਇੱਕ ਚੀਜ਼ ਹੋਰ ਹੈ, ਉੱਥੇ ਜਦੋਂ ਕੌਮੀ ਅਸੈਂਬਲੀ 'ਚ ਇਨਸਾਨ ਜਾਂਦਾ ਹੈ, ਉਹ ਉਹਨਾਂ ਨੂੰ ਮੁੰਤਖਬ ਕਰਕੇ ਭੇਜਦੇ ਨੇ, ਜਿਹੜੇ ਆਵਾਮ ਆਪਣੇ ਨੁਮਾਇੰਦੇ ਭੇਜਦੇ ਨੇ। ਤਾਂ ਖੁਦਾਰਾ ਜਦੋਂ ਉਹ ਕੋਈ ਵੀ ਮੀਡੀਆ ਉਹਨੂੰ ਲਾਈਵ ਦਿਖਾ ਰਿਹਾ ਹੁੰਦਾ ਹੈ ਜਾਂ ਉਹਦੀ ਰਿਕਾਰਡਿੰਗ ਵੀ ਦਿਖਾਏ, ਤੇ ਤੁਹਾਡਾ ਇੰਨਾ ਕੁ ਮਿਆਰ ਹੋਣਾ ਚਾਹੀਦਾ ਕਿ ਪਤਾ ਚੱਲੇ ਕਿ ਇਹ ਪੂਰੇ ਮੁਲਕ ਦੇ ਨੁਮਾਇੰਦੇ ਨੇ। ਮੈਂ ਅੱਜ ਦੇਖ ਰਿਹਾ ਸੀ ਕਿ ਜਿੰਦਰ ਤੱਕ ਤੇ ਬਾਕੀ ਸਾਰੇ ਬੁਲਾਵਲ ਆਏ ਆ, ਉਹਨੇ ਤਕਰੀਰ ਕੀਤੀ ਹੈ, ਸਾਰੇ ਇੱਕ ਅੱਛੇ ਤਰੀਕੇ ਨਾਲ ਸੁਣੀਏ, ਤੇ ਉਹਦੇ ਬਾਅਦ ਉਹ ਹੋਰ ਜਿਹੜੇ ਵੀ ਆਏ ਨੇ ਸਾਰਿਆਂ ਦੇ ਅੱਛੀ ਤਰ੍ਹਾਂ ਸੁਣੀਏ। ਜਦੋਂ ਮੁਰਾਦ ਅਲੀ ਆਇਆ, ਉਹ ਜਿਹੜਾ ਯੰਗ ਜਿਹਾ ਲੜਕਾ ਹੈਗਾ, ਉਹ ਕਹਿੰਦਾ ਮੈਂ PTI ਦਾ ਸਿਪਾਹੀ ਹੈਗਾ ਵਾਂ, ਉਹਦੇ ਆਉਣ ਦੀ ਦੇਰ ਏ, ਉਹ ਤੁਹਾਨੂੰ ਪਤਾ ਕਿ ਉਹ ਕਰਦਾ ਸਿੱਧੀਆਂ ਗੱਲਾਂ, ਖਰੀਆਂ ਗੱਲਾਂ ਕਰਦਾ। ਉਹਨੇ ਫਿਰ ਦੱਸਿਆ ਕਿ PIA ਜਦੋਂ ਸੀ ਉਹ ਸਟੀਲ ਮਿਲ ਵੇਚਣ ਲੱਗੇ ਸੀ ਪਿਛਲੇ ਦੌਰਾਂ ਦੇ ਵਿੱਚ, ਜਦੋਂ ਇਹ ਜਮਹੂਰੀਅਤ ਸੀ, ਜਮਹੂਰੀ ਨਾਮ ਦੀ ਜਿਹੜੀ ਹਕੂਮਤ ਸੀ, ਤੇ ਉਦੋਂ ਜਦੋਂ ਸਟੀਲ ਮਿਲ ਦਾ ਸੌਦਾ ਕਰ ਰਹੇ ਸੀ, ਕਹਿੰਦੇ PIA ਨਾਲ ਗਿਫਟ ਤਾਂ ਦੇ ਦਿੰਦੇ ਆ, ਐਂ ਦੀ ਸੂਰਤ ਹਾਲ ਸੀ। ਉਹਨੇ ਜਦੋਂ ਆ ਕੇ ਖਰੀਆਂ ਸੁਣਾਈਆਂ ਨੇ, ਪੂਰਾ ਅਸੈਂਬਲੀ ਹਾਲੀ ਵੇਲਾ ਹੋ ਗਿਆ। ਦੇਖੋ ਜਦੋਂ ਇਨਸਾਨ ਕੋਈ ਕਿਸੇ ਉੱਤੇ ਤਨਕੀਦ ਕਰਦਾ ਹੈ ਤੇ ਉਹਨੂੰ ਸੁਣਨ ਦੀ ਵੀ ਹਿੰਮਤ ਹੋਣੀ ਚਾਹੀਦੀ। ਅੱਜ ਮੈਂ ਦੇਖੀ ਉਹ ਅਸੈਂਬਲੀ ਦੀ ਕਾਰਵਾਈ, ਬਲਕਿ 2-3 ਦਫਾ ਦੇਖੀ ਗਈ ਹੈ, ਉਹਦੇ 'ਚ ਇੰਤਹਾਈ ਅਫਸੋਸ ਹੋ ਰਿਹਾ ਸੀ। ਉਹ ਲੋਕੀ ਜਿਨ੍ਹਾਂ ਨੂੰ ਪੂਰੇ ਮੁਲਕ 'ਚ ਨੁਮਾਇੰਦੇ ਆਪਣੇ ਮੁੰਤਖਬ ਕਰਕੇ ਉੱਥੇ ਭੇਜਦੇ ਨੇ, ਛੋਟੇ ਇਸ਼ੂ ਲੈ ਕੇ ਉੱਥੇ ਬੈਠੇ ਹੁੰਦੇ ਨੇ ਬੱਚਿਆਂ ਤਰ੍ਹਾਂ, ਤੂੰ ਇਹ ਕਿਉਂ ਕੀਤਾ। ਉੱਥੇ ਗੱਲ ਕਰਨੀ, ਕੋਈ ਡਿਸਿਪਲਿਨ ਦੀ ਗੱਲ ਕਰੋ। ਦੇਖੋ ਕਰੋਨਾ ਦੇ ਨਾਲ ਪੂਰੀ ਦੁਨੀਆ ਮਾਰਦੀ ਪਈ, ਪੂਰੀ ਦੁਨੀਆ ਇਸ ਮੌਕੇ ਤੇ ਇਕੱਠੀ ਹੋਈ ਹੈ, ਤੇ ਪੂਰੀ ਦੁਨੀਆ ਦੀ ਇਕਾਨਮੀ ਤਬਾਹ ਹੋ ਗਈ। ਵੱਡੇ ਮੁਲਕ ਜਿਹੜੇ ਸੀ, ਜਿਹੜੇ ਅਮਰੀਕਾ, ਕੈਨੇਡਾ, ਬਰਤਾਨੀਆ, ਇਹਨਾਂ ਦੀ ਚੀਖਾਂ ਨਿਕਲ ਗਈਆਂ ਨੇ ਕਰੋਨਾ ਦੀ ਵਜ੍ਹਾ ਤੋਂ। ਤੇ ਉੱਥੇ ਸਾਡੇ ਪਾਕਿਸਤਾਨ ਦੇ ਵਿੱਚ ਉਹ ਤੇਲ ਦਾ ਇਸ਼ੂ ਲੈ ਕੇ ਬੈਠੇ ਹੋਏ ਨੇ, 25 ਰੁਪਏ ਲੀਟਰ ਕਿਉਂ ਵੱਧ ਕੇ ਗਏ। ਖੁਦਾਰਾ ਐਂ ਦੇ ਕੰਮ ਨਾ ਕਰੋ, ਇਨਸਾਨ ਦਾ ਸੋਚੋ, ਇਨਸਾਨੀਅਤ ਦਾ ਸੋਚੋ। ਕਿੱਥੇ ਗਿਆ ਯਾਰ ਮਖਦੂਮ ਅਮੀਮ ਫਹੀਮ, ਉਹ ਵੀ ਬਹੁਤ ਮਾਸ਼ਾਅੱਲਾ ਬੋਲਦੇ ਸੀ, ਚਲ ਗਏ ਨਾ ਵਾਪਸ, ਜਿੱਥੋਂ ਆਏ ਸੀ ਉੱਥੇ ਚਲ ਗਏ। ਤੇ ਐਸਾ ਸਾਰਿਆਂ ਨੇ ਚਲ ਜਾਣਾ, ਇੱਕ ਨਾ ਇੱਕ ਦਿਨ ਸਭ ਦੀ ਵਾਪਸੀ ਹੈ। ਤਾਂ ਖੁਦਾਰਾ ਹੱਕ ਤੇ ਇਨਸਾਫ ਦੀ ਗੱਲ ਕਰੋ। ਮੈਨੂੰ ਜਦੋਂ ਬਿਲਾਵਲ ਸਾਹਿਬ ਜਦੋਂ ਸਿਆਸਤ ਜਾਣਦੇ ਸੀ, ਯਕੀਨ ਮੰਨੋ ਇੰਤਹਾਈ ਦਿਲੀ ਖੁਸ਼ੀ ਸੀ। ਉਦੋਂ ਮੈਨੂੰ ਇੰਨਾ ਪਤਾ ਸੀ ਕਿ ਬਿਲਾਵਲ ਸਾਹਿਬ ਟ੍ਰੇਨ ਨਹੀਂ ਹੈਗੀ ਜੇ, ਹਜੇ ਨਵੇਂ ਨੇ ਸਿਆਸਤ ਦੇ ਵਿੱਚ, ਤੇ ਇਹ ਮੈਨੂੰ ਬਹੁਤ ਅੱਛਾ ਲੱਗਾ ਸੀ ਉਸ ਵਜ੍ਹਾ ਤੋਂ ਕਿ ਮੈਂ ਜਾਣਦਾ ਵਾਂ ਕਿ ਜਿਹੜੇ ਯੂਰਪ 'ਚ ਬੱਚੇ ਪਲਦੇ ਨੇ, ਜਿਹੜੇ ਯੂਰਪ 'ਚ ਵੱਡੇ ਹੁੰਦੇ ਨੇ, ਉਹ ਨਾ ਤੇ ਮਾਂ-ਬਾਪ ਨਾਲ ਝੂਠ ਬੋਲਦੇ ਨੇ, ਨਾ ਟੀਚਰਾਂ ਨਾਲ ਝੂਠ ਬੋਲਦੇ ਨੇ, ਤੇ ਨਾ ਬਾਹਰ ਕਿਤੇ ਝੂਠ ਬੋਲਦੇ ਨੇ। ਤੇ ਜਦੋਂ ਬਿਲਾਵਲ ਜਿਹੜਾ ਸਿਆਸਤ ਦਾ ਲਾ ਰਿਹਾ ਸੀ, ਤੇ ਇੱਕ ਦਿਲ ਨੂੰ ਖੁਸ਼ੀ ਹੋ ਰਹੀ ਸੀ, ਦਿਲ ਬੜਾ ਮੁਤਮਿਨ ਸੀ। ਮੈਨੂੰ ਨਹੀਂ ਪਤਾ ਕਿ ਕੱਲ ਨੂੰ ਇਮਰਾਨ ਖਾਨ ਵਜ਼ੀਰ ਆਜ਼ਮ ਬਣ ਜਾਏਗਾ, ਮਗਰ ਉਹ ਬਣ ਹੀ ਜਾਂਦਾ। ਤੇ ਮੈਨੂੰ ਇਹ ਸੀ ਕਿ ਇਹ ਬਣ ਜਾਏਗਾ, ਉਹਦੇ ਬਾਅਦ ਅਗਰ ਬਿਲਾਵਲ ਆ ਗਿਆ ਤੇ ਕਿੰਨਾ ਅੱਛਾ ਹੋਏਗਾ। ਉਹ ਸੱਚ ਬੋਲਣ ਵਾਲਾ ਬੱਚਾ ਹੋਏਗਾ, ਉਹ ਹੱਕ ਦੀ ਗੱਲ ਕਰਨ ਵਾਲਾ ਬੱਚਾ ਹੋਏਗਾ। ਮਗਰ ਅੱਜ ਅਗਰ ਬਿਲਾਵਲ ਸਾਹਿਬ ਦੀਆਂ ਤਕਰੀਰਾਂ ਸੁਣੋ, ਤੇ ਉਹ ਜਿਹੜੇ ਪਹਿਲੇ ਸਿਆਸਤਦਾਨ ਸੀ ਉਹਨਾਂ ਦਾ ਪਿਓ ਵੇ, ਉਹ ਯਕੀਨ ਕਰੋ ਉਹਨਾਂ ਤੋਂ ਵੱਧ ਝੂਠ ਬੋਲਦਾ ਹੈ। ਉਹ ਦੇਖੋ ਚੀਖਣ ਤੇ ਚਲਾਉਣ ਦੇ ਨਾਲ ਜਿਹੜਾ ਹੈ ਨਾ, ਉਹ ਸੱਚ ਨਹੀਂ ਹੁੰਦਾ। ਇੱਕ ਬੰਦਾ ਚੀਖ ਕੇ ਗੱਲ ਕਰਦਾ, ਉਹ ਸੱਚੀ ਨਹੀਂ ਹੋ ਜਾਂਦੀ। ਸੱਚੀ ਗੱਲ ਜਿਹੜੀ ਹੈ ਨਾ, ਉਹ ਉਹੀ ਹੁੰਦੀ ਹੈ ਜਿਹੜੀ ਦਿਲੋਂ ਨਿਕਲੇ। ਤੇ ਜਿਹੜੀ ਦਿਲੋਂ ਨਿਕਲਦੀ ਹੈ ਨਾ, ਜੋ ਇਵੇਂ ਸੀ ਬਿਲਾਵਲ ਦੇ ਬਾਰੇ ਕਿ ਬਿਲਾਵਲ ਇੰਤਹਾਈ ਸੱਚਾ, ਮੁਖਲਸ, ਮੁਹਿੱਬ ਵਤਨ ਹੋਏਗਾ। ਨਾਲੇ ਇੱਕ ਹੋਰ ਚੀਜ਼, ਪਾਕਿਸਤਾਨ ਦੀ ਸਿਆਸਤ ਦੇ ਵਿੱਚ ਖੁਦਾਰਾ ਕੋਈ ਐਸੀ ਤਬਦੀਲੀ ਕੀਤੀ ਜਾਏ, ਹਰ ਉਹ ਬੱਚਾ ਜਿਹੜਾ ਇਹ ਸਿਆਸੀ ਜਿਹੜੇ ਸਾਡੇ ਲੋਕੀ ਨੇ, ਇਹਨਾਂ ਦਾ ਦੇਖੋ, ਤੇ ਇਹਨਾਂ ਨੂੰ ਜਦੋਂ ਬੱਚੇ ਪੈਦਾ ਹੁੰਦੇ ਨੇ, ਬੱਚੇ ਥੋੜੇ ਵੱਡੇ ਹੁੰਦੇ ਨੇ, ਤੇ ਇਹਨਾਂ ਨੂੰ ਬੱਚਿਆਂ ਨੂੰ ਤਾਲੀਮ ਹਾਸਲ ਕਰਨ ਲਈ ਯੂਰਪ ਦੇ ਭੇਜਦੇ, ਅਮਰੀਕਾ, ਕੈਨੇਡਾ ਭੇਜਦੇ, ਸਾਰੀ ਜ਼ਿੰਦਗੀ ਉੱਥੇ ਰਹਿੰਦੇ ਹੈਗੇ ਨੇ। ਤੇ ਜਦੋਂ ਇਸ ਕਾਬਲ ਹੁੰਦੇ ਨੇ ਕਿਸੇ ਦੇ ਸਰ ਦੇ ਉੱਤੇ ਮੁਸਲਤ ਹੋਣ ਲਈ, ਤੇ ਉਦੋਂ ਇਹਨਾਂ ਲਿਆ ਕੇ ਤੇ ਕਹਿ ਛੱਡਦੇ ਜੀ ਹਕੂਮਤੀ ਨੁਮਾਇੰਦੇ ਆ ਗਏ ਨੇ, ਤੁਹਾਡੇ ਨੁਮਾਇੰਦੇ ਆ ਗਏ ਨੇ ਪਾਕਿਸਤਾਨ ਦੇ। ਹਰ ਉਹ ਸ਼ਖਸ
ਜਿਹੜਾ ਪਾਕਿਸਤਾਨ 'ਚ ਰਹਿੰਦਾ ਹੋਵੇ, ਜਿਹੜਾ ਬੱਚਾ ਪਾਕਿਸਤਾਨ 'ਚ ਪੜ੍ਹਦਾ ਹੋਵੇ, ਉਹਨੂੰ ਸਿਆਸਤ ਵਿੱਚ ਆਉਣ ਦਿੱਤਾ ਜਾਏ। ਨਾ ਕਿ ਇਹ ਕਿ ਸਾਰੀ ਜ਼ਿੰਦਗੀ ਇੱਕ ਬੱਚਾ ਬਾਹਰ ਗੁਜ਼ਾਰਦਾ ਹੈ, ਉਹਨੂੰ ਪਾਕਿਸਤਾਨ ਦੇ ਕਲਚਰ ਦਾ ਨਹੀਂ ਸਹੀ ਤਰ੍ਹਾਂ ਪਤਾ ਚੱਲਦਾ। ਉਹ ਹੁੰਦਾ ਹੈ, ਉਹ ਜੈਸਾ ਹੁੰਦਾ ਨਹੀਂ, ਉਹ ਅੱਧ ਢਿੜਕਾ ਜਿਹਾ ਬੱਚਾ ਹੁੰਦਾ ਹੈ, ਉਹਨੂੰ ਨਾ ਪਾਕਿਸਤਾਨ ਦੇ ਕਲਚਰ ਦਾ ਪਤਾ ਹੁੰਦਾ ਹੈ ਤੇ ਉਹ ਭੁੱਲ ਯੂਰਪ ਤੋਂ ਵੀ ਜਾਂਦਾ ਹੈ ਅਸਤਾ, ਉਹ ਅੱਧ ਢਿੜਕਾ ਜਿਹਾ ਹੋ ਜਾਂਦਾ ਹੈ। ਤਾਂ ਖੁਦਾਰਾ ਇੰਜ ਦੇ ਲੋਕਾਂ ਨੂੰ ਸਾਡੇ ਸਿਰ ਦੇ ਉੱਤੇ, ਪਾਕਿਸਤਾਨ ਦੇ ਸਿਰ ਤੇ ਲਿਆ ਕੇ ਨਾ ਬਾਹੋ। ਅਗਰ ਪਾਕਿਸਤਾਨ ਦੇ ਸਿਰ ਤੇ ਬਹਾਣਾ ਵੇ ਤੇ ਉਹ ਬੱਚਿਆਂ ਨੂੰ ਮੁੰਤਖਬ ਕੀਤਾ ਜਾਏ। ਉਹ ਸਿਆਸਤ ਦੇ ਵਿੱਚ ਕਾਨੂੰਨ ਐਸਾ ਪਾਸ ਹੋਣਾ ਚਾਹੀਦਾ ਅਸੈਂਬਲੀ ਦੇ ਵਿੱਚ, ਉਹ ਬੱਚੇ ਜਿਹੜੇ ਜੰਮਦੇ ਤੇ ਪਲਦੇ ਪਾਕਿਸਤਾਨ 'ਚ ਨੇ, ਉਹ ਪਾਕਿਸਤਾਨ ਦੇ ਸਰਬਰਾਹ ਬਣ ਸਕਦੇ ਨੇ, ਪਾਕਿਸਤਾਨ 'ਚ ਹੁਕੂਮਤ ਕਰ ਸਕਦੇ ਨੇ, ਪਾਕਿਸਤਾਨ ਦੇ ਵਿੱਚ ਕੱਲ੍ਹ ਕੋਈ ਲੀਡਰ ਬਣ ਸਕਦੇ ਨੇ। ਜਿਹਨੂੰ ਪਾਕਿਸਤਾਨ ਦੀ ਅਲਫਬੇ ਨਹੀਂ ਪਤਾ ਹੋਏਗਾ, ਉਹ ਰਿਹਾ ਯੂਰਪ 'ਚ ਹੋਏਗਾ, ਉਹਨੂੰ ਅਲਫਬੇ ਦਾ ਹੁਣ ਤਾਂ ਜੋ ਤੁਸੀਂ ਲਿਖ ਕੇ ਦੇ ਦਿਓ ਉਹਨੇ ਪੜ੍ਹ ਦੇਣਾ, ਜੋ ਤੋਤੇ ਤਰ੍ਹਾਂ ਜੋ ਲਿਖ ਕੇ ਦਿਓ ਪੜ੍ਹ ਦੇਗਾ। ਉਹਨੂੰ ਤਾਂ ਕੋਈ ਪਤਾ ਹੀ ਨਹੀਂ ਹੋਏਗਾ ਸਿਆਸਤ ਦੀ ਅਲਫਬੇ ਦਾ ਵੀ। ਖੁਦਾਰਾ ਕੋਈ ਐਂਡ ਦੇ ਕਾਨੂੰਨ ਹੋਣੇ ਚਾਹੀਦੇ ਨੇ। ਤਾਂ ਕੋਈ ਐਸਾ ਸਾਡਾ ਸਿਆਸਤਦਾਨ ਦੱਸੋ ਜਿਹੜੇ ਵੱਡੇ ਵੱਡੇ ਸਿਆਸਤਦਾਨ ਨੇ ਕਿ ਉਹਨਾਂ ਦੇ ਬੱਚੇ ਅੱਜ ਮੁਲਕ ਦੇ ਵਿੱਚ ਕੋਈ ਡਾਕਟਰ ਬਣ ਕੇ ਖਿਦਮਤ ਕਰ ਰਿਹਾ ਹੈ, ਕੋਈ ਹੋਰ ਖਿਦਮਤ ਕਰ ਰਿਹਾ, ਜਿਹੜਾ ਹੁੰਦਾ ਵੇ ਉਹ ਪੜ੍ਹਨ ਲਿਖਣ ਲਈ ਬਾਹਰ ਭੇਜਦੇ ਨੇ ਤੇ ਬਾਹਰ ਹੀ ਚੱਲ ਜਾਂਦੇ ਨੇ, ਮੁੜ ਕੇ ਵਾਪਸ ਨਹੀਂ ਆਉਂਦੇ। ਫਿਰ ਵਾਪਸ ਉਦੋਂ ਆਉਂਦੇ ਨੇ ਜਦੋਂ ਸੋਚਦੇ ਯਾਰ ਐਸੀ ਡਾਕਟਰੀ ਦਾ ਸ਼ੋਭਾ ਅਖਤਿਆਰ ਕੀਤਾ, ਇਹਦੀ ਤੇ ਇੰਨੇ ਪੈਸੇ ਨਹੀਂ। ਸਿਆਸਤ 'ਚ ਬੜੇ ਪੈਸੇ, ਅੱਬੇ ਨੇ ਬੜੇ ਪੈਸੇ ਕਮਾਏ ਸੀ। ਅੱਬੇ ਨੇ ਉਹ ਮਾਸ਼ਾਅੱਲਾ ਬੜੇ ਬੰਗਲੇ ਬਣਾ ਲਏ, ਕੋਠੀਆਂ ਬਣਾ ਲਈਆਂ, ਜ਼ਮੀਨਾਂ ਬਣਾ ਲਈਆਂ। ਅੱਬਾ ਜੀ ਮੈਨੂੰ ਵੀ ਸਿਆਸਤ ਲੈ ਜਾਓ। ਉਹ ਫਿਰ ਅੱਬਾ ਉਹਨੂੰ ਉਂਗਲ ਫੜ ਕੇ ਨਾਲ ਲੈ ਜਾਂਦਾ, ਕਹਿੰਦਾ ਹੁਣ ਨਵਾਂ ਤੁਹਾਡਾ ਸਿਆਸੀ ਲੀਡਰ ਰਹਿ ਗਿਆ, ਇਹਦੇ ਹੱਥ ਦੇ ਉੱਤੇ ਬੈਠ ਕਰ ਲਓ। ਯਾਰ ਖੁਦਾਰਾ ਇੰਜ ਨਾ ਕਰੋ, ਸਿਆਸਤ ਨੂੰ ਸਿਆਸਤ ਰਹਿਣ ਦਿਓ, ਸਿਆਸਤ ਨੂੰ ਮਜ਼ਾਕ ਨਾ ਬਣਾਓ। ਤੇ ਪਾਕਿਸਤਾਨ 'ਚ ਕੋਈ ਐਸੇ ਕਾਨੂੰਨ ਹੋਣੇ ਚਾਹੀਦੇ ਨੇ ਇਹ ਕਿ ਜਿਹੜੇ ਸਿਆਸਤਦਾਨ ਉਹੀ ਬਣ ਸਕਦਾ ਹੋਏ ਜਿਹੜਾ ਪਾਕਿਸਤਾਨ 'ਚ ਰਿਹਾ ਹੋਏ, ਜਿਹੜਾ ਜੰਮਿਆ ਉੱਥੇ ਹੋਏ, ਪਲਿਆ ਉੱਥੇ ਹੋਏ। ਐ ਨਹੀਂ ਜੰਮੇ ਅਮਰੀਕਾ ਤੇ ਆ ਕੇ ਪਾਕਿਸਤਾਨ ਦੇ ਉੱਤੇ ਲੀਡਰ ਬਣ ਕੇ ਬਹਿ ਜੇ। ਸਾਡੇ ਕਈ ਐਸਾ ਪਿੱਛੇ ਕਰਕੇ ਵਜ਼ੀਰ ਆਜ਼ਮ ਕਈ ਐਸੇ ਆਏ ਨੇ, ਬਣਾਵਟੀ ਵਜ਼ੀਰ ਆਜ਼ਮ ਰੈਡੀਮੇਡ ਲੈ ਕੇ ਆਏ, ਕੋਈ ਅਮਰੀਕਾ ਤੋਂ ਲੈ ਕੇ ਆਏ ਨੇ। ਅਗਲਿਆਂ ਨੇ ਨਿਭਾਇਆ ਸੀਟ ਦੇ ਉੱਤੇ, ਜਿੰਨੀ ਦੇਰ ਸੀਟ ਤੇ ਬੈਠਾ ਰਿਹਾ ਹਰ ਬੰਦੇ ਕੋਲ ਸੂਟ ਲੈਂਦਾ ਰਿਹਾ। ਉਹਦੇ ਬਾਅਦ ਜਿੱਦਣ ਫਾਰਗ ਹੋਇਆ ਜਹਾਜ਼ ਫੜਿਆ ਸਿੱਧਾ ਫਿਰ ਅਮਰੀਕਾ। ਯਾਰ ਖੁਦਾਰਾ ਪਾਕਿਸਤਾਨ ਨੂੰ ਇੱਕ ਤੁਹਾਨੂੰ ਅੱਲਾਹ ਤਾਲਾ ਨੇ ਅਗਰ ਨਿਯਮਤ ਦਿੱਤੀ ਹੈ, ਇੱਕ ਮੁਲਕ ਦਿੱਤਾ ਹੈ, ਤਾਂ ਉਹਦੀ ਦੇਖਭਾਲ ਕਰੋ। ਤੇ ਪਾਕਿਸਤਾਨ ਦੇ ਵਿੱਚ ਸਿਆਸਤ ਟਮਾਟਰਾਂ ਦੀ ਸਿਆਸਤ ਨਾ ਕਰੋ, ਗੰਢਿਆਂ ਦੀ ਸਿਆਸਤ ਨਾ ਕਰੋ, ਇਨਸਾਨਾਂ ਦੀ ਸਿਆਸਤ ਕਰੋ। ਇਨਸਾਨ ਅਗਰ ਜੈਸਾ ਮਾਲਟਨ 'ਚ ਬੰਦੇ ਮਰ ਗਏ ਸੀ ਨਾ, ਕੋਈ ਜੈਸਾ ਮਰੇ ਸੀ ਉਹਦੀ ਤਹਿਕੀਕ ਹੁੰਦੀ, ਉਹਦੀ ਸਹੀ ਤਰ੍ਹਾਂ ਕਮੇਟੀਆਂ ਬਣ ਜਾਂਦੀਆਂ। ਸਾਡੇ ਮਹੱਲੇ ਉਹ ਪਾਕਿਸਤਾਨ ਦੇ ਵਿੱਚ ਉਦੋਂ ਨਿਕਲਦੀ ਕੋਈ ਨਹੀਂ ਕਮੇਟੀ। ਉਹ ਜੈਸਾ ਅਸੀਂ ਅਕਸਰ ਸੁਣੀਦਾ ਸੀ ਬਚਪਨ ਦੇ ਵਿੱਚ, ਉਹ ਫਲਾਣੀ ਕਮੇਟੀਆਂ ਲਈ ਮਾਈ ਹੈ ਮਹੱਲੇ ਦੀ, ਉਹ ਕਮੇਟੀਆਂ ਸਾਰਾ ਮਹੱਲਾ ਬੰਦ ਰਹਿੰਦਾ, ਬਾਅਦ 'ਚ ਬਦਲ ਕਮੇਟੀ ਲੈ ਕੇ ਨਿਕਲ ਗਈ। ਤੇ ਉਹ ਹਿਸਾਬ ਸਾਡਾ, ਜੋ ਵੀ ਕੋਈ ਹਾਦਸਾ ਹੋ ਜਾਂਦਾ ਹੈ, ਜੋ ਕੋਈ ਮਸਲਾ ਹੋ ਜਾਂਦਾ ਪਾਕਿਸਤਾਨ ਦੇ ਵਿੱਚ, ਉਹਦੀ ਇੱਕ ਕਮੇਟੀ ਬਣਦੀ ਹੈ, ਉਹ ਕਮੇਟੀ ਮੁੜ ਕੇ ਨਿਕਲਦੀ ਨਹੀਂ। ਇੱਥੋਂ ਤੱਕ ਉਹ ਦੁਨੀਆ ਆਖਿਰ ਵਾਕਈ ਨਹੀਂ ਭੁੱਲ ਜਾਂਦੀ ਹੈ। ਖੁਦਾਰਾ ਇੰਜ ਨਾ ਕਰੋ, ਇੰਜ ਨਾ ਕਰੋ। ਮੁਲਕ ਦੀ ਖਿਦਮਤ ਕਰਨੀ ਤੇ ਸਹੀ ਤਰ੍ਹਾਂ ਕਰੋ, ਤੇ ਮੁਲਕ ਦੀ ਖਿਦਮਤ ਉਹੀ ਕਰਨ। ਅਸੈਂਬਲੀ ਦੇ ਵਿੱਚ ਕੋਈ ਕਾਨੂੰਨ ਬਣਾਇਆ ਜਾਏ ਜਿਹੜਾ ਇਸ ਮੁਲਕ ਦੇ ਵਿੱਚ ਰਹਿੰਦਾ, ਜਿਹੜਾ ਇਸ ਮੁਲਕ ਨੂੰ ਜਾਣਦਾ। ਇਹ ਨਹੀਂ ਕਿ ਸਾਰੀ ਜ਼ਿੰਦਗੀ ਇੱਕ ਬੰਦਾ ਯੂਰਪ 'ਚ ਗੁਜ਼ਾਰਦਾ ਹੈ, ਉਹ ਜਦੋਂ ਵੇਖੋ ਉਹ 35-40 ਸਾਲ ਦਾ ਹੋ ਗਿਆ, ਹੁਣ ਇਹਨੂੰ ਵੋਟ ਛੂਟ ਪੈ ਜਾਣਗੇ, ਪੈਸੇ ਪੂਸੇ ਲਾ ਦਾਂਗੇ, ਪਰਚੀਆਂ ਲਾ ਦਾਂਗੇ, ਲਿਫਾਫੇ ਲਾ ਦਾਂਗੇ, ਇਹਦੀ ਵੈਰਬੋਂ ਕਰ ਦਾਂਗੇ, ਇਹਦੀ ਇਸ਼ਤਿਹਾਰਬਾਜ਼ੀ ਕਰ ਦਾਂਗੇ, ਤੇ ਇਹਨੂੰ ਅਸੀਂ ਆਪਣਾ MPA ਬਣਾ ਲੈਣੇ, MNA ਬਣਾ ਲੈਣੇ, ਇਹਨੂੰ ਸਦਰ ਬਣਾ ਲੈਣੇ, ਵਜ਼ੀਰ ਬਣਾ ਲੈਣੇ। ਇੰਜ ਨਾ ਕਰੋ। ਨਾਲੇ ਜਿਹੜੀਆਂ ਵੀ ਸਿਆਸੀ ਪਾਰਟੀਆਂ ਨੇ, ਖੁਦਾਰਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਰਾ ਟਾਈਮ ਖੁਦ ਹੀ ਸਿਆਸਤ 'ਤੇ ਬਹਿ ਕੇ ਸਿਆਸਤ ਨਾ ਕਰਨ। ਠੀਕ ਹੈ, ਇੱਕ ਬੰਦਾ ਜੈਸਾ ਮੀਆਂ ਸਾਹਿਬ ਆਏ ਸੀ, ਉਹਨਾਂ ਨੇ ਖਿਦਮਤ ਕੀਤੀ, ਜੈਸਾ ਦੀ ਉਹਨਾਂ ਕੋਲ ਹੋਈ, ਉਹਨਾਂ ਕੋਈ ਸਾਲ ਗੁਜ਼ਾਰੇ ਨੇ। ਫਿਰ ਇਹ ਨਾ ਹੋਏ ਕਿ ਉਹ ਵੇਖਣ ਕਿ ਮੈਂ ਹੁਣ ਵਜ਼ੀਰ ਆਜ਼ਮ ਹਾਂ, ਅਗਲਾ ਕਾਨੂੰਨ ਪਾਸ ਕਰਵਾ ਲਾਂ ਕਿ ਮੈਂ ਦੂਜੀ ਵਾਰ ਫਿਰ ਵਜ਼ੀਰ ਆਜ਼ਮ ਬਣ ਜਾ, ਅੱਗੋਂ ਫਿਰ ਕਾਨੂੰਨ ਪਾਸ ਕਰਾ ਲਾਂ, ਮੈਂ ਤੀਜੀ ਵਾਰੀ ਫਿਰ ਬਣ ਜਾ, ਮੈਂ ਚੌਥੀ ਵਾਰੀ ਬਣ ਜਾ। ਹੁਣ ਮੈਂ ਨਹੀਂ ਤੇ ਮੇਰੀ ਧੀ ਬਣ ਜੇ, ਉਹ ਨਹੀਂ ਤਾਂ ਉਹਦਾ ਪੁੱਤਰ ਬਣ ਜੇ। ਐਸਾ ਨਹੀਂ ਹੋਣਾ ਚਾਹੀਦਾ। ਤੇ ਐਸੇ ਤਰ੍ਹਾਂ ਨਾ ਹੀ ਹੋਣਾ ਚਾਹੀਦਾ ਪਾਕਿਸਤਾਨ ਪੀਪਲ ਪਾਰਟੀ ਦੇ ਵਿੱਚ, ਕਿਸੇ ਪਾਰਟੀ ਵਿੱਚ ਐਸਾ ਨਹੀਂ ਹੋਣਾ ਚਾਹੀਦਾ। ਹੁਣ ਖਾਨ ਸਾਹਿਬ ਆਏ ਨੇ, ਇਹਨਾਂ ਨੂੰ ਇਹ ਨਹੀਂ ਕੋਈ ਕਾਨੂੰਨ ਬਣਾ ਦੇਣਾ ਚਾਹੀਦਾ ਕਿ ਜਾਂਦੀ ਵਾਰੀ ਮੇਰਾ ਪੁੱਤਰ ਵਜ਼ੀਰ ਆਜ਼ਮ ਬਣ ਜੇ। ਜਿਹੜਾ ਬੰਦਾ ਆਏ ਮੁਖਲਸ ਹੋ ਕੇ ਕੌਮ ਦੀ, ਮੁਲਕ ਦੀ ਖਿਦਮਤ ਕਰੇ, ਐਸਾ ਖਿਦਮਤ ਕਰੇ ਜੈਸੇ ਪਹਿਲੇ ਸਾਡੀਆਂ ਚੰਦ ਵਜ਼ਾਰਤਾਂ ਸੀ। ਉਹਦੇ ਬਾਅਦ ਤੇ ਜੋ ਉਹ ਚੋਰਬਾਜ਼ੀ ਦਾ ਜਿਹੜਾ ਦੌਰ ਸ਼ੁਰੂ ਹੋਇਆ, ਉਹ ਅੱਜ ਤੱਕ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਪਿਆਗਾ, ਨਾਮ ਹੀ ਨਹੀਂ ਲੈਣ ਡਿਆ। ਉਹ ਇੱਕ ਤੇ ਹੁੰਦੇ ਨੇ, ਇੱਕ ਹੁੰਦੇ ਦੋ ਚੋਰ ਹੁੰਦਾ ਹੈ ਨਾ, ਉਹ ਚੋਰ ਦਾ ਇਹ ਹੁੰਦਾ ਕਿ ਚੋਰ ਚੋਰੀ ਕਰ ਰਿਹਾ ਹੈ ਨਾ, ਤੇ ਥੱਲੇ ਮਾੜਿਆ ਭਾਂਡਾ ਡਿੱਗੇ ਨਾ, ਉਹ ਸਮਾਨ ਸੁੱਟ ਕੇ ਦੌੜ ਜਾਂਦਾ ਹੈ। ਇੱਕ ਹੁੰਦਾ ਡਾਕੂ, ਉਹ ਡਾਕੂ ਜਿਹੜਾ ਹੈ ਨਾ, ਉਹ ਗਨ ਪੁਆਇੰਟ ਤੇ ਆਉਂਦਾ ਹੈ। ਠੀਕ ਹੈ, ਉਹ ਭਾਵੇਂ ਬੰਦਾ ਜਾਗਦਾ ਹੋਏ, ਭਾਵੇਂ ਉੱਥੇ ਨਮਾਜ਼ਾਂ ਪੜ੍ਹਦਾ ਹੋਏ, ਭਾਵੇਂ ਉੱਥੇ ਜ਼ਕਾਤਾਂ ਦਿੰਦਾ ਹੋਏ, ਭਾਵੇਂ ਜੋ ਮਰਜ਼ੀ ਕਰਦਾ ਹੋਏ, ਉਹ ਭਾਵੇਂ ਅੱਗੋਂ ਅੱਖਾਂ ਕੱਢੇ ਬੰਦਾ, ਉਹ ਅਗਰ ਅੱਖਾਂ ਕੱਢੇ ਤੇ ਉਹਦੀਆਂ ਅੱਖਾਂ ਕੱਢ ਲੈਂਦੇ ਨੇ। ਇੱਕ ਡਾਕੂ ਹੁੰਦੇ ਨੇ। ਇਹ ਸਾਡਾ ਨਿਜ਼ਾਮ ਜਿਹੜਾ ਹੈ ਨਾ, ਅਕਸਰ
ਉਹ ਜਿਹੜਾ ਆਂਦਾ ਉਹ ਡਾਕੂਆਂ ਵਾਲਾ ਨਿਜ਼ਾਮ ਆਂਦਾ ਹੈਗਾ। ਉਹ ਸਰੇਆਮ ਦਲਾਂਦੇ ਫਿਰਦੇ ਨੇ, ਉਹ ਲੁੱਟਮਾਰ ਵੀ ਕਰਦੇ ਨੇ, ਤੇ ਉਹਨਾਂ ਨੂੰ ਕੋਈ ਕਹਿਣ ਵਾਲਾ ਵੀ ਨਹੀਂ ਹੁੰਦਾ। ਖੁਦਾਰਾ ਇਹ ਨਾ ਕਰੋ, ਇੱਕ ਦਿਨ ਰੱਬ ਕੋਲ ਜਾਣਾ ਹੈ ਤੇ ਰੱਬ ਨੂੰ ਤੇ ਕਮ ਕਮ ਹਿਸਾਬ ਦੇਣਾ ਹੈਗਾ ਜੇ। ਤੁਹਾਨੂੰ ਇੱਕ ਵਾਕਿਆ ਮੈਂ ਸੁਣਾ ਦੇਣਾ ਵਾ। ਇੱਕ ਬਾਦਸ਼ਾਹ ਸੀ ਤੇ ਉਹ ਮਰਨ ਲੱਗਾ, ਬੜਾ ਅਮੀਰ ਸੀ, ਬਹੁਤ ਰੱਬ ਨੇ ਉਹਨੂੰ ਮਾਲੋ ਦੌਲਤਾਂ ਦਿੱਤੀਆਂ ਸੀ, ਸਭ ਕੁਝ ਦਿੱਤਾ ਸੀ, ਪਰ ਉਹਦੇ ਕੋਲ ਔਲਾਦ ਨਹੀਂ ਸੀ ਹੈਗੀ। ਉਹਨੂੰ ਹੁਣ ਡਰ ਸੀ ਕਿ ਰੱਬ ਮੇਰੇ ਨਾਲ ਪਤਾ ਨਹੀਂ ਕੀ ਸਲੂਕ ਕਰੇ ਕਬਰ 'ਚ ਜਾ ਕੇ। ਆਖਿਰਕਾਰ ਉਸ ਬਾਦਸ਼ਾਹ ਨੇ ਨਾ ਐਲਾਨ ਕੀਤਾ ਹੈ ਕਿ ਮੈਂ ਮਰ ਜਾਣਾ ਵੀ ਕੱਲ ਨੂੰ, ਬਿਮਾਰ ਨਾ ਸਖਤ ਡਾਕਟਰਾਂ ਨੇ ਜਵਾਬ ਦਿੱਤਾ, ਹਕੀਮਾਂ ਜਵਾਬ ਦਿੱਤਾ, ਤੇ ਖੁਦਾਰਾ ਕੋਈ ਬੰਦਾ ਐਸਾ ਹੈ ਵੇ ਜਿਹਨੇ ਬਾਦਸ਼ਾਹ ਤੇ ਬਹਿਣ ਦਾ ਸ਼ੌਕ ਹੈ ਕੋਈ ਵੀ, ਤੇ ਉਹਦੀ ਇੱਕ ਸ਼ਰਤ ਹੋਏਗੀ। ਸ਼ਰਤ ਇਹ ਹੈ ਕਿ ਮੈਂ ਆਪਣੀ ਕਬਰ ਖਦਵਾਵਾਂਗਾ, ਮੈਂ ਜਦੋਂ ਮਰਨਾ ਹੈ ਜਾਂ ਅੱਜ ਹੀ ਬੇਸ਼ੱਕ ਉਹ ਮੇਰੀ ਕਬਰ ਦੇ ਵਿੱਚ ਜਾ ਕੇ ਇੱਕ ਰਾਤ ਸੋ ਜਾਵੇ। ਜੇ ਤੇ ਸੋ ਕੇ ਤੇ ਸੋ ਜਾਏਗਾ ਜਿਹੜਾ ਬਹਾਦਰ ਸ਼ਖਸ, ਮੈਂ ਸਾਰੀ ਸਲਤਨਤ ਉਹਦੇ ਹਵਾਲੇ ਕਰ ਦਾਂਗਾ। ਮੇਰੀ ਔਲਾਦ ਤੇ ਹੈ ਕੋਈ ਨਹੀਂ, ਤੇ ਮੈਂ ਦੇਖਣਾ ਚਾਹੁੰਦਾ ਕਬਰ 'ਚ ਹੁੰਦਾ ਕੀ ਹੈ, ਕੋਈ ਹਿਸਾਬ ਕਿਤਾਬ ਦਾ ਸੁਣਿਆ ਹਿਸਾਬ ਕਿਤਾਬ ਹੁੰਦਾ। ਉਹ ਬੜੇ ਲੋਕਾਂ ਨੇ ਹਿੰਮਤ ਕੀਤੀ, ਪਰ ਕਿਸੇ ਹਿੰਮਤ ਨਾ ਪਵੇ ਕਬਰ ਦੇ ਵਿੱਚ ਰਾਤ ਕੱਢਣ ਦੀ। ਇੱਕ ਘੁਮਿਆਰ ਸੀ, ਉਹਦੇ ਪਿਓ ਦਾਦੇ ਦੇ ਤੋਂ ਨਾ ਇੱਕ ਖੋਤਾ ਹੈਗਾ ਸੀ, ਉਹਨੂੰ ਲੱਭਿਆ, ਵਿਚਾਰਾ ਦਾਦਾ ਮਰਿਆ ਉਹਨੇ ਖੋਤਾ ਦਿੱਤਾ, ਉਹਦਾ ਪਿਓ ਮਰਿਆ ਸੀ ਉਹਨੇ ਉਹਨੂੰ ਖੋਤਾ ਦਿੱਤਾ। ਉਹਦੇ ਪਿਓ ਕੋਲ ਮਤਲਬ ਉਹ ਘੁਮਿਆਰ ਕੋਲ ਖੋਤਾ ਸੀ। ਉਹਨੇ ਸੋਚਿਆ ਹੁਣ ਜੇ ਕੱਲ ਨੂੰ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ ਫਿਰ ਖੋਤਾ ਲੱਭੇਗਾ, ਵਿਚਾਰੇ ਸਾਰੀ ਉਮਰ ਮਿੱਟੀ ਇੱਟਾਂ ਢੋਂਦੇ ਰਹਿਣਗੇ, ਤੇ ਮੈਂ ਐਸਾ ਕਰਨਾ ਬਾਦਸ਼ਾਹ ਦਾ ਕਹਿਣਾ ਮੈਂ ਮੰਨ ਲੈਣਾ। ਬਾਦਸ਼ਾਹ ਨੇ ਕਿਹਾ ਬਾਦਸ਼ਾਹ ਲਬੈਕ, ਮੈਂ ਕਬਰ 'ਚ ਸੋਵਾਂਗਾ। ਉਹਨੇ ਕਿਹਾ ਜੀ ਆ ਜਾਓ। ਉਹਨੇ ਬਾਦਸ਼ਾਹ ਨੇ ਐਲਾਨ ਕਰਤਾ ਕਿ ਫਲਾਣਾ ਘੁਮਿਆਰ ਹੈ, ਉਹ ਮੇਰੀ ਕਬਰ ਖੋਦੀ ਜਾਏਗੀ, ਉਹਦੇ 'ਚ ਇੱਕ ਰਾਤ ਸੋਏਗਾ, ਫਿਰ ਉਹਦੇ ਬਾਅਦ ਇਹ ਤਾਂ ਘੁਮਿਆਰ ਬਾਦਸ਼ਾਹ ਹੋਏਗਾ, ਠੀਕ ਹੈ। ਇਹਨੇ ਇੱਕ ਰਾਤ ਮੇਰੀ ਕਬਰ 'ਚ ਸੋਣਾ। ਦੁਨੀਆ ਆ ਗਈ ਉੱਥੇ, ਦੁਨੀਆ ਇਕੱਠੀ ਹੋ ਗਈ, ਕਬਰ ਖੋਦੀ। ਕਬਰ ਦੇ ਵਿੱਚ ਹੁਣ ਜਦੋਂ ਉਹਨੂੰ ਬਿਠਾਇਆ ਹੈ ਨਾ, ਜਾਂ ਉਹਨੂੰ ਲਟਾਇਆ ਵੇ, ਉਹਦੇ ਉੱਤੇ ਕਬਰ ਦੇ ਉੱਤੇ ਇਸ ਹਿਸਾਬ ਨਾਲ ਮਿੱਟੀ ਪਾਈ ਕਿ 2-3 ਸਰਾਖ ਰਹਿਣ ਤੇ ਉਹਦੇ ਸਾਹ ਲੈਣ ਲਈ। ਕਬਰ ਬੰਦ ਹੋ ਗਈ, ਫਰਿਸ਼ਤੇ ਆ ਗਏ ਨੇ, ਕਹਿੰਦੇ ਹਾਂਜੀ ਹਿਸਾਬ ਦਿਓ। ਤੇ ਉਹ ਘੁਮਿਆਰ ਸੀ ਵਿਚਾਰਾ, ਉਹ ਕਹਿੰਦਾ ਯਾਰ ਕਦਾ ਹਿਸਾਬ ਮੇਰੇ ਕੋਲ ਲੈਣਾ ਤੁਸੀਂ? ਉਹਨੇ ਕਿਹਾ ਕਿ ਜੋ ਤੇਰੇ ਕੋਲ ਹੈ, ਕਹਿੰਦਾ ਮੇਰੇ ਕੋਲ ਤੇ ਖੋਤਾ ਹੀ ਹੈ। ਕਹਿੰਦੇ ਖੋਤੇ ਦਾ ਹਿਸਾਬ ਦੇ ਦਿਓ। ਉਹ ਕਹਿਣ ਖੋਤੇ ਦਾ ਹਿਸਾਬ ਕੀ ਲੈਣਾ? ਕਹਿੰਦੇ ਲੈਣੇ ਆ, ਤੁਹਾਨੂੰ ਦੱਸਦੇ ਆ। ਉਹਨੇ ਕਿਹਾ ਹਾਂਜੀ, ਖੋਤੇ ਨੂੰ ਤੂੰ ਫਲਾਣੇ ਦਿਨ ਸੁਣਿਆ ਪਾਣੀ ਨਹੀਂ ਸੀ ਪਾਇਆ ਟਾਈਮ ਸਿਰ, ਉਹਨੂੰ ਪਿਆਸਾ ਰੱਖਿਆ ਸੀ। ਤੇ ਕਹਿੰਦਾ ਉਹ ਸੋਰੀ ਮੈਂ ਯਾਦ ਆ ਗਿਆ। ਉਹਨਾਂ ਕਹਿੰਦੇ ਪੁੱਠੇ ਲੰਮੇ ਪਾਏ ਉਹਦੇ ਲਿੱਤਰ ਮਾਰੋ, ਉਹਦੇ ਵਜੇ ਲਿੱਤਰ। ਫਿਰ ਉਹਨੂੰ ਕਹਿੰਦੇ ਖੋਤੇ ਨੂੰ ਤੂੰ ਫਲਾਣੇ ਟਾਈਮ ਪੱਠੇ ਨਹੀਂ ਸੀ ਪਾਏ ਹੈਗੇ, ਭੁੱਖਾ ਹੀ ਵਾਹੀ ਆਣ ਡਿਆ ਸੀ। ਉਹ ਕਹਿੰਦਾ ਉਹ ਮੈਨੂੰ ਯਾਦ ਆ ਗਿਆ। ਕਹਿੰਦਾ ਯਾਦ ਆ ਗਿਆ, ਫਿਰ ਪੁੱਠੇ ਹੋ ਜਾਓ, ਫਿਰ ਲਿੱਤਰ। ਫਿਰ ਉਹਦੇ ਬਾਅਦ ਉਹਨੂੰ ਕਿਹਾ ਤੂੰ ਇਹਨੂੰ ਖੋਤੇ ਨੂੰ ਵੰਡਾ ਨਹੀਂ ਸੀ ਪਾਇਆ, ਕੋਈ ਤਾਕਤ ਵਾਲੀ ਕੋਈ ਸ਼ਾਇਦ ਉੱਤੇ ਇੱਟਾਂ ਲਾਦਾ ਸੀ। ਉਹ ਕਹਿੰਦਾ ਉਹ ਵੀ ਨਹੀਂ, ਮੈਨੂੰ ਯਾਦ ਆ ਕਿ ਮੈਂ ਨਹੀਂ ਸੀ ਪਾਇਆ, ਫਿਰ ਲਿੱਤਰ। ਉਹ ਸਾਰੀ ਰਾਤ ਖੋਤੇ ਦਾ ਹਿਸਾਬ ਹੁੰਦਾ ਰਿਹਾ, ਇੱਥੋਂ ਤੱਕ ਕਿ ਸੁਬਾਹ ਜਿਹੜੀ ਕਬਰ ਕਿਸ਼ਾਈ ਹੋਈ, ਮਤਲਬ ਕਿ ਲੋਕੀ ਆਵਾਮ ਇਕੱਠੀ ਹੋ ਗਈ, ਕਬਰ ਤੋਂ ਮਿੱਟੀ ਢਾਣੀ ਸ਼ੁਰੂ ਕੀਤੀ। ਕਬਰ ਤੋਂ ਮਿੱਟੀ ਢਾਈਏ ਤੇ ਉਹ ਘੁਮਿਆਰ ਸੀ, ਉਹ ਕਬਰ ਚੋਂ ਨਿਕਲਿਆ ਵੇ, ਸ਼ੂੰ ਕਰਦਾ ਦੌੜ ਲਾਤੀ। ਉਹਨੂੰ ਦੌੜਿਆ, ਸਾਰਿਆਂ ਨੇ ਫੜਿਆ ਤੇ ਉਹਨੂੰ ਫੜ ਕੇ ਤੇ ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ, ਤੁਸੀਂ ਹੁਣ ਸਾਡੇ ਬਾਦਸ਼ਾਹ, ਤੁਹਾਡੇ ਸਿਰ ਤੇ ਤਾਜ ਰੱਖਣਾ ਤੇ ਤੁਹਾਨੂੰ ਅਸੀਂ ਬਾਦਸ਼ਾਹ ਬਣਾਉਣਾ, ਬਾਦਸ਼ਾਹ ਦਾ ਹੁਕਮ ਹੈ। ਉਹਨੇ ਕਿਹਾ ਭਾਈ ਮੈਂ ਨਹੀਂ ਬਾਦਸ਼ਾਹ ਬਣਦਾ, ਪੈਰ ਪੈ ਗਿਆ। ਉਹਨੇ ਕਿਹਾ ਤੂੰ ਕਿਉਂ ਨਹੀਂ ਬਾਦਸ਼ਾਹ ਬਣਦਾ? ਉਹਨੇ ਕਿਹਾ ਰਾਤ ਸਾਰੀ ਮੇਰੇ ਕੋਲ ਖੋਤੇ ਦਾ ਹਿਸਾਬ ਨਹੀਂ ਮੁੱਕਿਆ, ਤੇ ਪੂਰੀ ਰਾਇਆ ਦਾ ਹਿਸਾਬ ਮੁੱਕੇਗਾ, ਪੂਰੀ ਜਨਤਾ ਦਾ। ਤਾਂ ਖੁਦਾਰਾ ਜਿਹੜੇ ਤੁਸੀਂ ਵੀ ਵਜ਼ੀਰ ਆਜ਼ਮ ਬਣ ਜਾਂਦੇ ਹੋ, ਜਿਹੜੇ ਸਦਰ ਬਣ ਜਾਂਦੇ ਹੋ, ਉਹ ਤੁਹਾਨੂੰ ਹੀ ਰੱਬ ਕੋਲੋਂ ਹਿਸਾਬ ਦੇਣਾ ਪਏਗਾ। ਜੈਸਾ ਘੁਮਿਆਰ ਨੂੰ ਰਾਤ ਸਾਰੀ ਖੋਤੇ ਦੇ ਵਿੱਚ ਜੁੱਤੀਆਂ ਪੈਂਦੇ ਰਹੀਆਂ ਨਾ, ਤੇ ਪੈਣੀਆਂ ਇੱਕ ਦਿਨ ਤੁਹਾਨੂੰ ਵੀ ਨੇ। ਤੇ ਖੁਦਾਰਾ ਉਹ ਜੁੱਤੀਆਂ ਤੋਂ ਬਚਣ ਲਈ ਅਦਲ ਤੇ ਇਨਸਾਫ ਕਰੋ, ਨਾ ਕਿ ਸਿਰਫ ਉਹ ਵੱਡੀਆਂ ਜਿਹੜੀਆਂ ਇਸਲਾਮੀ ਰਿਆਸਤਾਂ ਉਹਨਾਂ ਦਾ ਨਾਮ ਲਓ, ਬਲਕਿ ਉਹਦੇ ਦੇ ਕੰਮ ਕਰੋ, ਅਦਲ ਦੇ ਕੰਮ ਕਰੋ, ਇਨਸਾਫ ਦੇ ਕੰਮ ਕਰੋ, ਗਰੀਬਾਂ ਦੀ ਹੈਲਪ ਕਰੋ ਜਿੱਥੋਂ ਤੱਕ ਹੋ ਸਕਦਾ ਹੈ। ਤਦ ਕਰਕੇ ਜਿੱਦਣ ਅਸੀਂ ਮਰਨਾ ਵੇ ਉਦੋਂ ਸਾਡੇ ਨਾਲ ਅੱਛਾ ਹਿਸਾਬ ਹੋਏ। ਇਹ ਨਾ ਇੱਕ ਘੁਮਿਆਰ ਵਾਲਾ ਹਿਸਾਬ, ਸਾਰੀ ਰਾਤ ਸਾਡੀ ਜੁੱਤੀਆਂ ਖਾਣ ਦੀ ਲੰਘ ਜੇ ਤੇ ਅਗਲੇ ਦਿਨ ਕੋਈ ਤਾਜ ਪਾਉਣਾ ਹੈ ਤੇ ਅਸੀਂ ਹੱਥ ਜੋੜਦੀ ਭਾਈ ਤਾਜ ਨਹੀਂ ਪਾਉਣਾ। ਖੋਤੇ ਦੀ ਜੁੱਤੀਆਂ ਨਹੀਂ ਮੁੱਕਦੀਆਂ। ਸੋਚ ਸਮਝ ਕੇ। ਅਸਲਾਮ ਅਲੈਕੁਮ ਵਰਹਿਮਤੁல்லாਹ।